ਕਈਆਂ ਨੂੰ ਇਹ ਵੀ ਨਹੀਂ ਹੁਣ ਸਮਝ ਆਉਂਦਾ ਕਿ ਇਕੋਨਮੀ ਤਰੱਕੀ ਕਰ ਰਹੀ ਹੈ, ਇਹ ਤਾਂ ਚੰਗੀ ਗੱਲ ਹੈ। ਸਰਕਾਰ ਇਹਨੂੰ ਸਲੋ ਕਿਉਂ ਕਰਨਾ ਚਾਹੁੰਦੀ ਹੈ? ਤੇ ਕਈ ਵਾਰ ਇਕੋਨਮੀ ਦੀ ਹਾਲਤ ਵੀ ਕਲਾਈਮੇਟ ਚੇਂਜ ਵਰਗੀ ਲੱਗਦੀ ਹੈ ਕਿ ਕਦੇ ਕਹਿੰਦੇ ਨੇ ਜੀ ਕਲਾਈਮੇਟ ਚੇਂਜ ਕਰਕੇ ਹੁਣ ਮੀਂਹ ਨਹੀਂ ਪਿਆ ਕਰਨੇ ਅਤੇ ਸੋਕਾ ਹੋ ਜਾਂਦਾ। ਫਿਰ ਜਦੋਂ ਬਹੁਤ ਜ਼ਿਆਦਾ ਮੀਂਹ ਪੈਂਦੇ ਨੇ ਉਹ ਵੀ ਕਹਿੰਦੇ ਨੇ ਇਹ ਵੀ ਕਲਾਈਮੇਟ ਚੇਂਜ ਕਰਕੇ ਹੈ। ਸੋ ਬੰਦਾ ਸਮਝਦਾ ਨਹੀਂ ਵੀ ਕਲਾਈਮੇਟ ਚੇਂਜ ਕਰਕੇ ਸੋਕਾ ਪੈਂਦਾ ਕਿ ਮੀਂਹ। ਇੱਕ ਕੁਐਸਚਨ ਆ ਰਿਹਾ ਜਿਹੜਾ ਹੁਣ ਕਾਮਨ ਕੰਸਰਨ ਹੈ ਕਿ ਅੱਗੇ ਹੁਣ ਇੰਟਰਸਟ ਦਾ ਕੀ ਬਣ ਰਿਹਾ? ਇੰਟਰਸਟ ਸਰ ਜੇ ਇਸ ਤਰ੍ਹਾਂ ਹੀ ਡਾਟਾ ਆਉਂਦਾ ਰਿਹਾ ਹੋ ਸਕਦਾ ਸਰ ਅਗਲੀ ਵਾਰੀ ਫਿਰ ਵੱਧ ਜਾਏ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਅਤੇ ਹੁਣ ਸਾਡਾ ਟਾਈਮ ਹੋ ਗਿਆ ਮਾਰਕੀਟ ਅਪਡੇਟ ਦਾ ਅਤੇ ਸੁਰਿੰਦਰਪਾਲ ਜੀ ਆ ਗਏ ਨੇ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਰੈੱਡ FM ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਅਤੇ ਮਾਰਕੀਟ ਤੋਂ ਸ਼ੁਰੂ ਕਰਦੇ ਹਾਂ, ਕੀ ਦੌਰਾ ਕਰਾਓ ਸਾਡਾ ਮਾਰਕੀਟ ਦਾ। Market is very good right sir right now, especially NASDAQ ਦੇ ਅੰਦਰ is year to date up by 26%. S&P is also up by 20% since last October ਜਦੋਂ ਇਹ ਆਪਣੇ ਲੋਐਸਟ ਲੈਵਲ ਤੇ ਸੀਗਾ। ਟੋਰਾਂਟੋ ਸਟਾਕ ਇੰਡੈਕਸ ਜਿਹੜੀ ਆ ਉਹ ਢਿੱਲੀ ਮਿੱਲੀ ਜੀ ਹੈਗੀ ਆ, ਢਿੱਲੀ ਮੱਠੀ ਜੀ ਹੈਗੀ ਆ। ਅਮਰੀਕਨ ਮਾਰਕੀਟ ਉੱਤੇ ਜਾਣ ਦਾ ਵਜ੍ਹਾ ਹੈਗਾ ਜੀ ਡੈਟ ਸੀਲਿੰਗ ਲਿਮਿਟ। ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਸੀ 2 ਹਫ਼ਤੇ ਪਹਿਲਾਂ ਤੋਂ ਹੀ ਕਿ ਇਹ ਤਲਵਾਰ ਲਟਕੀ ਹੋਈ ਸੀ। ਹਾਲਾਂਕਿ ਬਹੁਤ ਸਾਰੇ ਲੋਕ ਇਹ ਕਿਆਸ ਤਾਈਆਂ ਲਾ ਰਹੇ ਸੀ ਸ਼ਾਇਦ ਨਹੀਂ ਹੋਏ ਜੀ, ਡੀਫਾਲਟ ਹੋਏਗਾ। ਆਈ ਟੋਲਡ ਯੂ ਬਿਫੋਰ ਆਲਸੋ ਕਿ 60 ਈਅਰਸ ਤੋਂ ਮੈਂ ਇਹ 60 ਟਾਈਮਸ ਇਹ ਵਧਾ ਚੁੱਕੇ ਆ, ਲੇਕਿਨ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਡੈਟ ਸੀਲਿੰਗ ਲਿਮਿਟ ਨਾ ਵਧੀ ਹੋਏ ਔਰ ਅਮਰੀਕਾ ਨੇ ਡੀਫਾਲਟ ਕੀਤਾ ਹੋਏ। ਅਮਰੀਕਨ ਪੋਲੀਟੀਸ਼ੀਅਨਸ ਆਪਣੇ 'ਚ ਡਿਫਰੈਂਸਿਸ ਜ਼ਰੂਰ ਹੋ ਸਕਦੇ ਆ, ਲੇਕਿਨ ਨੇਸ਼ਨ ਕਮਸ ਇੰਟਰਸਟ ਫਸਟ। ਅਤੇ ਬੇਸ਼ੱਕ ਤੁਸੀਂ ਉਹਦੇ ਨਾਲ ਐਗਰੀ ਕਰੋ ਜਾਂ ਨਾ ਕਰੋ, ਅਤੇ ਉਹਨੂੰ ਦੇਖਦੇ ਹੋਏ ਮੈਂ ਸਮਝਦਾ ਇਹ ਚੰਗੀ ਗੱਲ ਹੋਈ ਹੈ ਕਿ ਡੈਟ ਸੀਲਿੰਗ ਲਿਮਿਟ ਵਧਾ ਦਿੱਤੀ ਗਈ ਹੈ। ਸੈਕਿੰਡ ਜਿਹੜੀ ਹੈਗੀ ਆ ਕਿ ਇਹ ਮਾਰਕੀਟ ਉੱਤੇ ਜਾਣ ਦੀ ਵਜ੍ਹਾ ਇਹ ਹੈ ਸ਼ਮੀਲ ਜੀ ਕਿ ਲੋਕ ਜੋ ਐਕਸਪੈਕਟ ਕਰ ਰਹੇ ਸੀ ਵੀ ਬਹੁਤ ਰਿਸੈਸ਼ਨ ਆਏਗਾ, ਉਹ ਲੱਗ ਨਹੀਂ ਰਿਹਾ। ਜੋ ਅਨਐਮਪਲੋਇਮੈਂਟ ਦੇ ਨੰਬਰ ਆ ਰਹੇ ਨੇ, ਜੋ GDP ਦੇ ਨੰਬਰਸ ਆ ਰਹੇ ਨੇ, ਅਤੇ ਇਸ ਕਰਕੇ ਮਾਰਕੀਟ ਇਜ਼ ਵੈਰੀ ਪੋਜ਼ੀਟਿਵ ਔਨ ਦਿਸ। ਥਰਡ ਇਜ਼ ਕਿ ਜਿਹੜੀ ਟੈਕਨੋਲੋਜੀਜ਼ ਦੀ ਕੰਪਨੀਜ਼ ਨੇ ਉਹ ਆਪਣੀ ਸੇਲ ਵਧਾਉਣ ਕਰਕੇ ਪ੍ਰੋਫਿਟ ਨਹੀਂ ਵਧਾ ਰਹੀਆਂ, ਉਹ ਆਪਣੇ ਖਰਚੇ ਘਟਾਉਣ ਕਰਕੇ ਉਹਨਾਂ ਦੇ ਪ੍ਰੋਫਿਟ ਜਿਹੜਾ ਉਹ ਵੱਧ ਰਿਹਾ। ਮੈਟਾ ਦੇਖ ਲਓ ਤੁਸੀਂ, ਐਮਾਜ਼ੋਨ ਦੇਖ ਲਓ, ਗੂਗਲ ਦੇਖ ਲਓ, ਮਾਈਕਰੋਸੋਫਟ ਦੇਖ ਲਓ, ਸਾਡੇ ਇੱਥੋਂ ਦੀ ਕੰਪਨੀ ਸ਼ੋਪੀਫਾਈ ਹੈ। ਆਲ ਦੀਸ ਟੈਕਨੋਲੋਜੀਕਲ ਕੰਪਨੀ ਨੇ ਟੈਨਸ ਆਫ ਥਾਊਜ਼ੈਂਡਸ ਜਿਹੜੇ ਲੋਕ ਨੇ ਉਹ ਲੇ ਆਫ ਕੀਤੇ ਨੇ, ਔਰ ਦੂਸਰੀ ਕਿਸ਼ਤ ਜਿਹੜੀ ਹੈ ਉਹ ਵੀ ਆਉਣ ਵਾਲੀ ਹੈਗੀ ਹੈ ਜਿਹਦੇ ਅੰਦਰ ਹੋਰ ਜ਼ਿਆਦਾ ਸ਼ਾਇਦ ਉਹ ਬੰਦੇ ਲੇ ਆਫ ਕਰਨਗੇ, ਅਤੇ ਚੂੰਕਿ ਇਹਨਾਂ ਦੀ ਪ੍ਰੋਫਿਟੇਬਿਲਿਟੀ ਵੱਧ ਰਹੀ ਹੈ। ਤੀਸਰੀ ਗੱਲ ਕਿ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੱਕ ਨਵਾਂ ਦੌਰ ਜਿਹੜਾ ਹੈ ਉਹ ਆਇਆ। ਜਿਸ ਤਰ੍ਹਾਂ ਮੈਂ ਦੇਖਿਆ ਸੀ ਜੀ 2000 ਦੇ ਅੰਦਰ ਇੱਕ .com ਬੂਮ ਆਇਆ ਸੀਗਾ, ਉਹ ਸਾਲ 1.5 ਸਾਲ ਬੜਾ ਜ਼ਬਰਦਸਤ ਚੱਲਿਆ ਸੀਗਾ। ਉਸੇ ਤਰੀਕੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸ ਟਾਈਮ ਬੂਮ ਹੈਗਾ। ਖਾਸ ਤੌਰ 'ਤੇ AI ਦੀ ਜਿਹੜੇ ਚਿਪਸ ਬਣਾਉਂਦੀ ਹੈ ਕੰਪਨੀ NVIDIA ਇਜ਼ ਅਪ ਬਾਈ 180% ਈਅਰ ਟੂ ਡੇਟ, ਔਰ ਬੜੇ ਸਫਿਸਟੀਕੇਟਡ ਉਹਦੇ ਚਿਪਸ ਹੁੰਦੇ ਨੇ। ਚਿਪਸ ਤਾਂ ਦੇਖੋ ਇੰਟੈਲ ਵੀ ਬਣਾਉਂਦੀ ਹੈ, ਅਸੀਂ ਇੰਟੈਲ ਦੇ ਚਿਪਸ ਬੜੇ ਮਸ਼ਹੂਰ ਹੁੰਦੇ ਸੀ, ਲੇਕਿਨ ਇੰਟੈਲ ਕੰਪਨੀ ਦੀ ਕੋਈ ਉਕਤ ਨਹੀਂ ਰਹੀ, ਕਿਉਂਕਿ ਇੰਟੈਲ ਕੰਪਨੀ ਸਿਰਫ ਕੰਪਿਊਟਰ ਦੇ ਚਿਪਸ, ਉਹ ਵੀ ਜਿਹੜੇ ਸਾਡੇ ਡੈਸਕਟਾਪ ਹੈ ਉਹਦੇ ਜਾਂ ਲੈਪਟਾਪ ਦੇ ਚਿਪਸ ਬਣਾਉਂਦੀ ਆ, ਅਤੇ ਉਹਦੀ ਕੋਈ ਜ਼ਿਆਦਾ ਡਿਮਾਂਡ ਨਹੀਂ ਰਹੀ। ਅਤੇ ਇਸ ਕਰਕੇ ਇੱਕ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਕਿੰਡ ਫਿਰ ਜਿਹੜਾ ਇਲੈਕਟ੍ਰਿਕ ਵਹੀਕਲਸ ਦੇ ਅੰਦਰ ਦੇਖੋ ਟੈਸਲਾ ਨੇ ਪਹਿਲੇ ਦਿਨ ਤੋਂ ਹੀ ਲੀਡ ਲਈ ਹੋਈ ਹੈ, ਔਰ ਕੱਲ੍ਹ ਟੈਸਲਾ ਨੇ ਫਿਰ ਇੱਕ ਸਮਝੌਤਾ ਕੀਤਾ ਕਿ ਜਨਰਲ ਮੋਟਰਸ ਨੂੰ ਵੀ ਅਲਾਓ ਕਰੂਗੀ ਕਿ ਜਨਰਲ ਮੋਟਰਸ ਕੰਪਨੀ ਜਿਹੜੀਆਂ ਕਾਰਾਂ ਬਣਾਏਗੀ ਇਲੈਕਟ੍ਰਿਕ ਵਹੀਕਲ, ਕਿ ਉਹ ਟੈਸਲਾ ਦੇ ਜਿਹੜੇ ਸੁਪਰ ਚਾਰਜਿੰਗ ਸਟੇਸ਼ਨ ਹੋਣਗੇ ਉਹ ਯੂਜ਼ ਕਰ ਸਕਦੀ ਹੈ। 2 ਹਫ਼ਤੇ ਪਹਿਲਾਂ ਫੋਰਡ ਨੇ ਇਹੋ ਜਿਹਾ ਸਮਝੌਤਾ ਕੀਤਾ ਸੀ, ਕਿਉਂਕਿ ਟੈਸਲਾ ਨੇ ਇੱਕ ਲੀਡ ਲਈ ਹੋਈ ਹੈ। ਇਹਨੇ 12,000 ਆਪਣੇ ਜਿਹੜੇ ਨੇ ਉਹ ਸੁਪਰ ਚਾਰਜਿੰਗ ਸਟੇਸ਼ਨ ਜਿਹੜੇ ਪੂਰੇ ਅਮਰੀਕਾ ਕੈਨੇਡਾ ਦੇ ਅੰਦਰ ਵਿਛਾਏ ਹੋਏ ਨੇ, ਬਜਾਏ ਕਿ ਹੁਣ ਜਨਰਲ ਮੋਟਰਸ ਔਰ ਫੋਰਡ ਆਪਣੇ ਨਵੇਂ ਬਣਾਉਣ, ਅਤੇ ਉਹੀ ਉਹਦੇ ਜਿਹੜੇ ਇਲੈਕਟ੍ਰਿਕ ਵਹੀਕਲ ਦੇ ਜਿਹੜੇ ਆਪਣਾ ਟੈਸਲਾ ਦੇ ਸੁਪਰ ਚਾਰਜਿੰਗ ਸਟੇਸ਼ਨ ਉਹ ਯੂਜ਼ ਕਰਨਗੇ। ਇਹਦੇ ਨਾਲ ਟੈਸਲਾ ਨੂੰ ਵੀ ਫਾਇਦਾ ਹੋਏਗਾ, ਜਨਰਲ ਮੋਟਰਸ ਨੂੰ ਵੀ ਫਾਇਦਾ ਹੋਏਗਾ, ਅਤੇ ਇੱਕ ਕਹਿ ਲਓ ਕਿ ਉਭਾਰ ਹੈਗਾ ਇਲੈਕਟ੍ਰਿਕ ਵਹੀਕਲ ਦੇ ਅੰਦਰ, ਚਿਪਸ ਦੇ ਅੰਦਰ, AI ਦੇ ਅੰਦਰ। ਕਿਉਂਕਿ ਕੈਨੇਡਾ ਦੀ ਇਹਦੇ ਅੰਦਰ ਪਾਰਟੀਸਪੇਸ਼ਨ ਬਹੁਤ ਘੱਟ ਹੈਗੀ ਹੈ। ਹਾਲਾਂਕਿ ਆ ਹੁਣ ਇੱਕ ਬੈਟਰੀ ਪਲਾਂਟ ਲੱਗਣ ਜਾ ਰਿਹਾ ਵੌਕਸਵੈਗਨ ਦਾ, ਉਹ ਵੀ ਪੋਲੀਟੀਕਲ ਚਰਚਾ ਬਣਿਆ ਹੋਇਆ ਵੀ ਉਹਨਾਂ ਨੂੰ ਕਿੰਨੀ ਜਿਹੜਾ ਇਨਸੈਂਟਿਵ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ, ਉਹ ਇੱਕ ਤੁਸੀਂ ਇੱਕ ਪਾਸੇ ਰੱਖ ਦਿਓ। ਅਤੇ ਕੈਨੇਡਾ ਜਿਹੜਾ ਉਹ ਥੋੜ੍ਹਾ ਜਿਹਾ ਪਿੱਛੇ ਹੈਗਾ ਆ। ਸੈਕਿੰਡ ਜਿਹੜਾ ਆਇਲ ਹੈਗਾ, ਆਇਲ ਦੀ ਵੀ ਡਿਮਾਂਡ ਜਿਹੜੀ ਹੈ ਉਨੀ ਹੈਗੀ ਆ, ਲੇਕਿਨ ਆਇਲ ਦੀ ਜਿਹੜੀ ਆਊਟਪੁੱਟ ਹੈ, ਦੇਖੋ ਪਿਛਲੇ ਹਫ਼ਤੇ OPEC+ ਕੰਟਰੀ ਜਦੋਂ ਮੀਟਿੰਗ ਹੋਈ,
ਸਾਊਦੀ ਨੇ ਯੂਨੀਲੈਟਰਲੀ ਅਨਾਊਂਸ ਕੀਤਾ ਕਿ ਮਿਲੀਅਨ ਬੈਰਲ ਪਰ ਡੇ ਉਹ ਆਪਣੀ ਪ੍ਰੋਡਕਸ਼ਨ ਕੱਟ ਕਰਨਗੇ। ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਸਾਊਦੀ ਇਜ਼ ਟੋਟਲੀ ਡੈਫੀਐਂਟ। ਕਿਤੇ ਅਮਰੀਕਾ ਕਿਸੇ ਟਾਈਮ ਤੇ ਪ੍ਰੈਸ਼ਰ ਪਾ ਕੇ ਓਪੈਕ ਕੰਟਰੀਜ਼ ਨੂੰ ਜਿਹੜਾ ਹੈ ਚਲਾਉਂਦਾ ਸੀਗਾ, ਲੇਕਿਨ ਹੁਣ ਲੱਗਦਾ ਅਮਰੀਕਾ ਦਾ ਵੀ ਇੰਨਾ ਇਨਫਲੂਐਂਸ ਨਹੀਂ ਰਿਹਾ। ਤੇ ਚੂੰਕਿ ਆਇਲ ਦਾ ਰੇਟ ਥੱਲੇ ਆ, ਇਸ ਕਰਕੇ ਸਾਡਾ ਜਿਹੜੇ ਇੱਥੇ ਵੀ ਫਰਕ ਪੈਂਦਾ ਹੈ ਕਿ ਆਇਲ ਦੇ ਥੱਲੇ ਹੁੰਦਾ ਸਾਡੀ ਲੂਨੀ ਨੂੰ ਵੀ, ਹਾਲਾਂਕਿ ਪੈਟਰੋ ਕਰੰਸੀ ਕਹਿੰਦੇ ਆ, ਪਰ ਲੇਕਿਨ ਸਾਡੀ ਲੂਨੀ ਐਪਰੀਸ਼ੀਏਟ ਹੋਈ ਹੈ ਇਸ ਹਫ਼ਤੇ। ਉਹਦਾ ਰੀਜ਼ਨ ਇਹ ਹੈ ਜੀ ਕਿ ਬੈਂਕ ਆਫ ਕੈਨੇਡਾ ਦਾ ਇੰਟਰਸਟ ਵਧਾਉਣਾ। ਬੈਂਕ ਆਫ ਕੈਨੇਡਾ ਨੇ ਇੱਕ ਅਚਨਚੇਤ ਕਹਿ ਲਓ, ਕਿਉਂਕਿ ਜਿੰਨੀ ਵੀ ਇਕਾਨਮਿਸਟ ਔਰ ਫਾਈਨੈਂਸ਼ੀਅਲ ਐਨਲਿਸਟ ਕਮਿਊਨਿਟੀ ਸੀਗੀ ਇਹ ਡਿਵਾਈਡਡ ਸੀਗੀ। 25% ਲੋਕ ਮੰਨਦੇ ਸੀ ਵੀ ਬੈਂਕ ਆਫ ਕੈਨੇਡਾ ਇੰਟਰਸਟ ਵਧਾਏਗਾ, ਔਰ ਬੈਂਕ ਆਫ ਕੈਨੇਡਾ ਨੇ ਅਚੰਭੇ 'ਚ ਪਾਇਆ ਸਾਰੇ ਲੋਕਾਂ ਨੂੰ ਕਿ 25 ਬੇਸਿਸ ਪਰ ਜਿਹੜਾ ਹੈ ਇਹ ਪਰਸੋਂ 7 ਤਰੀਕ ਨੂੰ ਵਧਾਇਆ। ਸੁਰਿੰਦਰਪਾਲ ਜੀ, ਰੇਟ ਆਫ ਇੰਟਰਸਟ ਦੀ ਗੱਲ ਕੀਤੀ ਤੁਸੀਂ, ਕਹਿੰਦੇ ਕਿ ਤੁਸੀਂ ਵੀ ਖੈਰ ਜਦੋਂ ਆਪਾਂ ਲਾਸਟ ਟਾਈਮ ਗੱਲ ਹੋਈ ਸੀ ਤੁਹਾਨੂੰ ਵੀ ਲੱਗਦਾ ਸੀ ਸ਼ਾਇਦ ਇਸ ਮਹੀਨੇ ਨਾ ਕਰਨ, ਮੇਬੀ ਅਗਲੇ ਮਹੀਨੇ ਆਏ ਜੀ, ਪਰ ਉਹਨਾਂ ਨੇ ਹੈਰਾਨ ਕੀਤਾ। ਇਹਦਾ ਕਾਰਨ ਕੀ ਹੈ? ਕਿ ਇਹਦੇ ਕਾਰਨ ਨੇ ਸਰ ਡਾਟਾ ਦੇਖੋ। ਪਹਿਲਾਂ ਜਦੋਂ ਤੁਹਾਡਾ ਨੰਬਰਸ ਆਏ, ਜਿਹੜੀ GDP ਹੈ has grown up by 3.1% in first quarter, expectation see 2.5%. So the economy is pretty hot. Second was inflation. ਜਦੋਂ ਇਨਫਲੇਸ਼ਨ 2 ਹਫ਼ਤੇ ਪਹਿਲਾਂ ਨੰਬਰ ਆਏ ਸੀ ਮਾਰਚ ਦੇ, ਇਨਫਲੇਸ਼ਨ ਜਿਹੜੀ ਮਾਰਚ ਦੇ ਅੰਦਰ ਗਰੋ ਕੀਤੀ ਸੀਗੀ 4.4% ਚਲੀ ਗਈ ਸੀਗੀ। ਐਕਸਪੈਕਟੇਸ਼ਨ ਸੀ ਵੀ ਉਹ 4.3 ਤੋਂ ਘਟ ਕੇ 4.1 ਹੋਏਗੀ। ਸੋ ਦੈਟ ਇਜ਼ 2 ਇੰਪੋਰਟੈਂਟ ਨੰਬਰਸ ਵਿਚ ਵਾਰੰਟੀਜ਼ ਕਿ ਬਈ ਇਹ ਇਨਫਲੇਸ਼ਨ ਫਿਰ ਦੁਬਾਰਾ ਜੋ ਉੱਤੇ ਜਾਣ ਲੱਗ ਜਾਏ। ਡੈਫੀਨੇਟਲੀ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਡਿਸੀਜ਼ਨ ਲੈਣਾ ਪੈਣਾ ਜੀ। ਹੀ ਇਜ਼ ਆਲਸੋ ਬੇਸਡ ਔਨ ਟੇਕਿੰਗ ਆਲ ਦਿਸ ਡਿਸੀਜ਼ਨ ਬੇਸਡ ਔਨ ਡਾਟਾ। ਕੋਈ ਆਪਣੇ ਵੱਲੋਂ ਡਿਸੀਜ਼ਨ ਨਹੀਂ ਲੈਂਦੇ। ਹੁਣ ਅੱਜ ਵੀ ਹੁਣੇ ਕੁਛ ਮਿੰਟਾਂ 'ਚ ਮੇਰੇ ਖਿਆਲ ਸਾਡੇ ਇੱਥੋਂ ਦੇ ਇੰਪਲਾਇਮੈਂਟ ਨੰਬਰਸ ਆ ਜਾਣਗੇ ਅਤੇ ਦੈਟ ਵਿਲ ਆਲਸੋ ਟੈਲ ਯੂ ਕਿ ਹੁਣ ਦੇਖੋ ਮੇ ਦੇ ਨੰਬਰਸ ਆਉਣੇ ਨੇ। ਮੇ 'ਚ ਐਕਸਪੈਕਟੇਸ਼ਨ ਹੈ ਕਿ ਕੈਨੇਡਾ ਹੈਜ਼ ਐਡਡ 20,000 ਜੋਬਸ, ਔਰ ਅਨਐਮਪਲਾਇਮੈਂਟ ਰੇਟ ਸ਼ਾਇਦ ਥੋੜ੍ਹਾ ਜਿਹਾ ਵੱਧ ਜਾਏ, 5.1 ਹੋ ਜਾਏ, ਕਿਉਂਕਿ ਲੇਬਰ ਪਾਰਟੀਸਪੇਸ਼ਨ ਰੇਟ ਵੱਧ ਜਾਂਦਾ ਆ। ਪਰ ਜੇ ਸਾਡੀ ਮੇ ਦੇ ਅੰਦਰ ਵੀ ਇਕੋਨਮੀ ਗਰੋ ਕਰ ਰਹੀ ਹੈ ਔਰ ਜੇ 20,000 ਤੋਂ ਵੱਧ ਨੰਬਰ ਆਉਂਦੇ ਆ, ਫਿਰ ਸਰ ਹੋ ਸਕਦਾ ਫਿਰ ਇਹ ਜੁਲਾਈ 'ਚ ਵੀ ਹੋ ਜਾਏ, ਸ਼ਾਇਦ ਹੋ ਸਕਦਾ ਸਰ। ਜੀ ਅੱਛਾ, ਕਈਆਂ ਨੂੰ ਇਹ ਵੀ ਨਹੀਂ ਹੁਣ ਸਮਝ ਆਉਂਦਾ ਕਿ ਇਕੋਨਮੀ ਤਰੱਕੀ ਕਰ ਰਹੀ ਹੈ, ਇਹ ਤਾਂ ਚੰਗੀ ਗੱਲ ਹੈ, ਸਰਕਾਰ ਇਹਨੂੰ ਸਲੋ ਕਿਉਂ ਕਰਨਾ ਚਾਹੁੰਦੀ ਹੈ ਜਾਂ ਬੈਂਕ ਇਹਨੂੰ ਸਲੋ ਕਿਉਂ ਕਰਨਾ ਚਾਹੁੰਦਾ? ਥੋੜ੍ਹਾ ਜਿਹਾ ਇਹ ਵੀ ਐਕਸਪਲੇਨ ਕਰੋ ਸਰ। ਇਹਦੇ ਕਰਕੇ ਕਿਉਂਕਿ ਕੋਈ ਵੀ ਚੀਜ਼ ਤੁਸੀਂ ਕਾਰ ਚਲਾ ਰਹੇ ਹੁੰਦੇ ਆ, ਬਹੁਤ ਜ਼ਿਆਦਾ ਫਾਸਟ ਚਲਾ ਰਹੇ ਹੋ, ਸੋ ਇਟ ਕੈਨ ਮੇਕ ਐਨ ਐਕਸੀਡੈਂਟ। ਸਿਮਿਲਰਲੀ ਦ ਇਕਾਨਮੀ, ਇਫ ਇਟਸ ਅ ਵੈਰੀ ਹੌਟ ਇਕਾਨਮੀ, ਸੋ ਯੂ ਵਾਂਟ ਟੂ ਗੋ ਇਨ ਅ ਸਸਟੇਨੇਬਲ ਗਰੋਥ। ਅਤੇ ਸੈਕਿੰਡ ਜਿਹੜਾ ਹੈ ਕਿ ਵੇਜ ਇਨਫਲੇਸ਼ਨ ਤੁਸੀਂ ਦੇਖੋ, ਹਾਲਾਂਕਿ ਇੱਕ ਪਿੱਛੇ 2 ਸਾਲ ਤੋਂ ਇੱਕ ਐਰਾ ਸੀਗਾ, ਉਹਨੂੰ ਕਹਿੰਦੇ ਸੀ ਗ੍ਰੇਟ ਰੈਜ਼ਿਗਨੇਸ਼ਨ, ਕਿ ਲੋਕ ਕੰਮ ਹੀ ਨਹੀਂ ਕਰਨਾ, ਤੁਹਾਨੂੰ ਕੰਮ ਹੀ ਨਹੀਂ ਮਿਲਦੇ ਸੀਗੇ। ਉਹ ਹੁਣ ਤੱਕ ਕਾਫੀ ਹੱਦ ਤੱਕ ਵੈਸੇ ਠੀਕ ਹੋ ਗਿਆ ਹੈ ਕਿ ਤੁਸੀਂ ਬੰਦਾ ਕਹੋ ਵੀ ਕਿਸੇ ਨੂੰ ਹਾਇਰ ਕਰਨਾ ਆ, ਅਤੇ ਉਹ ਬੰਦਾ ਡਿਮਾਂਡ ਕਰਦਾ ਸੀ ਵੀ ਮੈਂ ਤਾਂ ਇੰਨੇ ਪੈਸੇ ਲਾਂਗਾ, ਤੁਸੀਂ ਰੱਖਣਾ ਜਾਂ ਨਾ ਰੱਖੋ। ਉਹ ਚੀਜ਼ ਜਿਹੜਾ ਪ੍ਰੋਡਕਟੀਵਿਟੀ ਲਈ ਨਹੀਂ ਚੰਗੀ ਚੀਜ਼ ਸੀਗੀ, ਅਤੇ ਇੱਕ ਤਾਂ ਉਹ ਚੀਜ਼ ਹੈ। ਤੀਸਰੀ ਗੱਲ ਜਿਹੜਾ ਇੱਕ ਦੇਖੋ ਸਰ, ਇਹ ਐਕਸੈਸ ਸਪਲਾਈ ਕੈਸ਼ ਜਿਹੜੀ ਹੈਗੀ ਆ, ਇਹ ਜਦੋਂ ਕੋਵਿਡ ਦੇ ਟਾਈਮ ਸਰਕਾਰਾਂ ਨੇ ਨੋਟ ਛਾਪ ਕੇ ਹਰ ਇੱਕ ਨੂੰ ਜਿਹੜੇ ਦਿੱਤੇ ਆ, ਉਹ ਸਕ ਆਊਟ ਤਾਂ ਕਰਨੇ ਆ ਨਾ ਇਕਾਨਮੀ 'ਚੋਂ ਬਾਹਰ, ਅਤੇ ਉਹ ਵੀ ਕਿਉਂਕਿ ਉਸੇ ਕਰਕੇ ਹੀ ਹਾਈਪਰ ਇਨਫਲੇਸ਼ਨ ਹੈਗੀ ਆ। ਜਿਹੜੇ ਸਰਕਾਰ ਨੇ ਦਿੱਤੇ ਹੁਣ ਵਾਪਸ ਲੈਣਾ ਚਾਹੁੰਦੀ ਹੈ, ਵਾਪਸ ਸਰ ਆਪੇ ਨਿਕਲ ਜਾਣੀ ਹੈ ਸਰ। ਹਾਈਪਰ ਇਨਫਲੇਸ਼ਨ ਹੈ, ਠੀਕ ਹੈ, ਉਹ ਗੱਲ ਅਲੱਗ ਹੈ ਕਿ ਦੈਟ ਇਜ਼ ਨੋਟ ਦੀ ਓਨਲੀ ਫੈਕਟਰ। ਯੂਕਰੇਨ ਵਾਰ ਐਂਡ ਸਪਲਾਈ ਚੇਨ ਕਾਫੀ ਹੱਦ ਤੱਕ ਬਹਾਲ ਹੋ ਚੁੱਕੀ ਹੈ। ਸੋ ਇਹ ਜਿਹੜੀ ਚੀਜ਼ ਤੁਸੀਂ ਗੱਲ ਸੌਰੀ ਵਾਟ ਵਾਜ਼ ਯੋਰ ਕੁਐਸਚਨ? ਆਪਾਂ ਗੱਲ ਤਾਂ ਚੱਲੀ ਸੀ ਕਿ ਅਚਾਨਕ ਕਿਉਂ ਹੋ ਗਿਆ ਇਹ ਰੇਟ ਉੱਤੇ ਚਲੇ ਗਿਆ? ਅਚਾਨਕ ਨਹੀਂ ਹੋਇਆ ਸਰ, ਅਚਾਨਕ ਨਹੀਂ ਹੋਇਆ। 2 ਨੰਬਰਸ ਜਿਹੜੇ ਸੀ ਵੈਰੀ ਸਟਰੋਂਗ ਨੰਬਰਸ ਜਿਹੜੇ ਸੀ, ਇਸ ਕਰਕੇ ਜਿਹੜਾ ਹੈ ਹੋਇਆ। ਹੁਣ ਅਗਲੇ ਹਫ਼ਤੇ ਫੈਡਰਲ ਰਿਜ਼ਰਵ ਦੀ ਮੀਟਿੰਗ ਹੈ 14 ਤਰੀਕ ਨੂੰ, 14 ਜੂਨ ਨੂੰ ਫੈਡਰਲ ਰਿਜ਼ਰਵ ਦੀ ਵੀ, ਉਹਦੇ ਬਾਰੇ ਵੀ ਜਿਹੜੀ ਇਨਵੈਸਟਰ ਕਮਿਊਨਿਟੀ ਹੈ ਡਿਵਾਈਡਡ ਹੈ। 50-50 ਚਾਂਸ ਹੈ ਵੀ ਸ਼ਾਇਦ ਫੈਡਰਲ ਰਿਜ਼ਰਵ ਵੀ ਵਧਾਊਗਾ। ਫੈਡਰਲ ਰਿਜ਼ਰਵ ਤਾਂ 10 ਵਾਰੀ ਵਧਾ ਚੁੱਕਿਆ। ਔਰ ਇਸੇ ਹਫ਼ਤੇ ਸਰ ਆਸਟ੍ਰੇਲੀਆ ਦੇ ਜਿਹੜੇ ਰਿਜ਼ਰਵ ਬੈਂਕ ਹੈ ਉਹਨੇ ਵੀ ਇੰਟਰਸਟ ਵਧਾਇਆ। ਪਿਛਲੇ ਹਫ਼ਤੇ ਇੰਗਲੈਂਡ ਨੇ ਵਧਾਇਆ ਸੀ। ਸੋ ਕੈਨੇਡਾ ਕੈਨ ਨਾਟ ਸਟੇ ਆਈਸੋਲੇਟਡ ਕਿ ਅਸੀਂ ਆਪਣੇ ਇੰਟਰਸਟ ਨਹੀਂ ਵਧਾਵਾਂਗੇ, ਔਰ ਇੰਟਰਸਟ ਵਧਾਉਣਾ ਜਿਹੜੀ ਹੈ ਉਹਨਾਂ ਦੀ ਮਜਬੂਰੀ ਵੀ ਹੈਗੀ ਸਰ। ਇਹ ਤਾਂ ਕਈ ਵਾਰ ਇਕੋਨਮੀ ਦੀ ਹਾਲਤ ਵੀ ਕਲਾਈਮੇਟ ਚੇਂਜ ਵਰਗੀ ਲੱਗਦੀ ਹੈ ਕਿ ਕਦੇ ਕਹਿੰਦੇ ਨੇ ਜੀ ਕਲਾਈਮੇਟ ਚੇਂਜ ਕਰਕੇ ਹੁਣ ਮੀਂਹ ਨਹੀਂ ਪਿਆ ਕਰਨੇ ਅਤੇ ਸੋਕਾ ਹੋ ਜਾਂਦਾ, ਫਿਰ ਜਦੋਂ ਬਹੁਤ ਜ਼ਿਆਦਾ ਮੀਂਹ ਪੈਂਦੇ ਨੇ ਉਹ ਵੀ ਕਹਿੰਦੇ ਨੇ ਇਹ ਵੀ ਕਲਾਈਮੇਟ ਚੇਂਜ ਕਰਕੇ ਹੈ।
ਸੋ ਬੰਦਾ ਸਮਝਦਾ ਨਹੀਂ ਵੀ ਕਲਾਈਮੇਟ ਚੇਂਜ ਕਰਕੇ ਸੋਕਾ ਪੈਂਦਾ ਕਿ ਮੀਂਹ ਜੀ ਆਮ ਬੰਦਾ ਕਨਫਿਊਜ਼ ਹੁੰਦਾ ਨਾ। yeah look at the wildfires sir that has really ruined the whole ਜਿਹੜਾ ਇਸ ਟਾਈਮ ਸਾਡੀ ਏਅਰ ਕੁਆਲਿਟੀ ਹੈਗੀ, ਹਾਲਾਂਕਿ ਅੱਜ ਬੈਟਰ ਹੈਗੀ ਆ, ਬਟ ਤੁਸੀਂ ਸਹੀ ਕਹਿ ਰਹੇ ਹੋ ਸਰ। ਇਹ ਜਿੰਨੇ ਵੀ ਇਕੋਨਮਿਸਟ ਨੇ, ਜਿੰਨੇ ਵੀ ਨੇ, ਇਹ ਵੀ ਜਿਵੇਂ ਉਹ ਮੌਸਮ ਵਿਭਾਗ ਦੇ ਜਿਹੜੇ ਵਿਗਿਆਨੀ ਹੁੰਦੇ ਸੀ ਵੀ ਉਹ ਕਹਿੰਦੇ ਕੁਝ ਹੋਰ ਸੀ, ਹੁੰਦਾ ਕੁਝ ਹੋਰ ਸੀਗਾ। ਇਹ ਵੀ ਇੱਕ ਕੈਲਕੂਲੇਟਡ ਗੈਸ ਲਾਉਂਦੇ ਨੇ, ਕੋਈ 100% ਇਹ ਵੀ ਕਰੈਕਟ ਨਹੀਂ ਹੁੰਦੇ ਸਰ। ਬਿਲਕੁਲ। ਸੁਰਿੰਦਰਪਾਲ ਜੀ, ਇੱਕ ਸਵਾਲ ਰਿਸ਼ੀ ਜੀ ਪੁੱਛ ਰਹੇ ਆ ਕਿ ਜਿਹੜਾ S&P 500 ਇੰਡੈਕਸ ਇਜ਼ ਡਰਿਵਨ ਬਾਈ ਓਨਲੀ top 7, so it's a ballooned economy all over, it can bust any time. ਇਹਦੇ ਬਾਰੇ ਤੁਹਾਡਾ ਕੀ ਕਮੈਂਟ? Yeah, he's partially correct. ਦੇਖੋ ਸਰ, ਜਿਹੜੀ ਲੀਡਰਸ਼ਿਪ ਹੈ, it has come, ਜੇ ਤੁਸੀਂ ਦੇਖੋ NASDAQ ਵੀ ਜੇ ਗਰੋ ਕੀਤੀ ਆ 26% year to date, that is driven by few companies like ਜਿਹੜੀਆਂ ਤੁਹਾਨੂੰ ਕਿਹਾ ਸੀ, NVIDIA ਹੈ, Tesla ਹੈ, Meta ਹੈ, Microsoft ਹੈ, AI ਦੀ ਕੁਝ ਕੰਪਨੀਆਂ, ਇਲੈਕਟ੍ਰਿਕ ਵਹੀਕਲ ਕੰਪਨੀਆਂ ਹੈਗੀਆਂ। ਜੇ ਕੰਪਨੀਜ਼ ਲਾਈਕ IBM ਦੇਖੋਗੇ, ਉਹ ਤਾਂ ਬਹੁਤ ਥੱਲੇ ਲੱਗੀਆਂ ਹੋਈਆਂ। ਇੰਟੈਲ ਹੈ ਜਾਂ ਕੁਆਲਕਾਮ ਹੈ, ਜਿਹੜੀਆਂ ਟ੍ਰੈਡੀਸ਼ਨਲ ਕੰਪਨੀਆਂ ਨੇ ਟੈਕਨੋਲੋਜੀ ਦੀ, ਉਹਨਾਂ 'ਚ ਕੋਈ ਗਰੋਥ ਨਹੀਂ ਹੈ। ਇਸ ਤਰ੍ਹਾਂ ਹੀ S&P 500 'ਚ ਵੀ ਜਿਹੜੀਆਂ ਟੌਪ ਦੀਆਂ ਕੰਪਨੀਆਂ ਠੀਕ ਕਰ ਰਹੇ ਆ, ਜਿਹੜੀਆਂ 15-20 ਕੰਪਨੀਆਂ ਨੇ, ਉਹਨਾਂ 'ਚ ਹੀ ਗਰੋਥ ਹੈਗੀ ਆ। ਜਿਹੜੀਆਂ ਆਮ ਕੰਪਨੀਆਂ ਨੇ, ਉਹ 'ਚ ਕੋਈ ਗਰੋਥ ਨਹੀਂ ਹੈਗੀ ਸਰ। ਜਾਂ ਮੇਬੀ ਆਪਾਂ ਇਹਨੂੰ ਇੱਦਾਂ ਵੀ ਦੇਖ ਸਕਦੇ ਕਿ ਇਕੋਨਮੀ ਸ਼ਿਫਟ ਕਰ ਰਹੀ ਹੈ, ਮੂਵ ਕਰ ਰਹੀ ਹੈ ਟ੍ਰੈਡੀਸ਼ਨਲ ਇਕੋਨਮੀ ਤੋਂ ਜਿਹੜੀ ਇਹ ਨਵੀਂ ਇਕੋਨਮੀ ਹੈ, ਜਿਹੜਾ ਸਾਰਾ ਕ੍ਰਾਈਸਿਸ ਹੈ, ਇਸ ਤਰ੍ਹਾਂ ਵੀ ਦੇਖ ਸਕਦੇ ਆਪਾਂ। ਨਹੀਂ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਟ੍ਰੈਡੀਸ਼ਨਲ ਕੰਪਨੀਆਂ ਤੋਂ ਲੀਡਰਸ਼ਿਪ ਜਿਹੜੀ ਹੈ, ਉਹ ਟੈਕਨੋਲੋਜੀਕਲ ਐਡਵਾਂਸ ਕੰਪਨੀਆਂ ਕੋਲ ਆਉਂਦੀ ਹੈ। ਜਿਹੜੀ ਕੰਪਨੀ, ਉਹ ਤਾਂ ਇੱਕ ਫਿਨੋਮੀਨਾ ਹੈ ਸਰ। ਜਿਹੜੀ ਵੀ ਕੰਪਨੀ ਐਡਵਾਂਸਮੈਂਟ ਕਰੇਗੀ ਟੈਕਨੋਲੋਜੀ 'ਚ, ਉਹਦੀ ਕੰਪਨੀ ਜਿਹੜੀ ਆ ਗਰੋ ਕਰੇਗੀ। ਹੁਣ ਤੁਸੀਂ ਵਾਈ ਦਿਸ ਕੰਪਨੀ ਟੈਸਲਾ ਇਜ਼ ਗਰੋਇੰਗ, ਵਾਈ NVIDIA ਇਜ਼ ਗਰੋਇੰਗ। NVIDIA ਕੋਈ ਇੰਨੀ ਪੁਰਾਣੀ ਕੰਪਨੀ ਨਹੀਂ, ਇੰਟੈਲ ਉਸ ਤੋਂ ਕਿੰਨੀ ਪੁਰਾਣੀ ਕੰਪਨੀ ਹੈ, ਕੁਆਲਕਾਮ ਉਸ ਤੋਂ ਕਿੰਨੀ ਪੁਰਾਣੀ ਕੰਪਨੀ ਹੈ, AMD ਉਸ ਤੋਂ ਕਿੰਨੀ ਪੁਰਾਣੀ ਕੰਪਨੀ ਹੈ, ਲੇਕਿਨ ਇਹ ਕੰਪਨੀਆਂ ਇੰਨੀ ਗਰੋ ਕਰ ਰਹੀਆਂ, ਲੇਕਿਨ ਉਸ ਰਫਤਾਰ ਨਾਲ ਨਹੀਂ ਕਰ ਰਹੀਆਂ ਜਿਸ ਰਫਤਾਰ ਦੇ ਨਾਲ NVIDIA ਕਰ ਰਹੀ ਹੈ ਸਰ। ਕੁਛ ਮੈਂ ਸਵਾਲ ਹੋਰ ਦੇਖ ਰਿਹਾ ਸੀਗਾ, ਕਹਿੰਦੇ ਹਾਊ ਇਜ਼ ਇਟ ਪੋਸੀਬਲ 10,000 ਲੇ ਆਫ ਤੇ ਐਂਡ ਅਨਐਮਪਲੋਇਮੈਂਟ ਇਜ਼ ਗੈਟਿੰਗ ਲੋਅਰ। ਤੁਹਾਡੇ ਤੱਕ ਪਹੁੰਚ ਗਿਆ ਕੁਐਸਚਨ? ਹਾਂ, ਬਿਲਕੁਲ ਸਰ, ਇਹ ਆਈ ਕੈਨ ਆਨਸਰ ਦਿਸ ਕੁਐਸਚਨ। ਹਾਂਜੀ, ਦੇਖੋ ਇਹ ਠੀਕ ਪੁੱਛ ਰਿਹਾ। ਇੱਕ ਆਮ ਆਦਮੀ ਸੋਚਦਾ ਵੀ ਇੱਕ ਪਾਸੇ ਤਾਂ ਲੇ ਆਫ ਹੋ ਰਹੀ ਹੈ ਤੇ ਅਨਐਮਪਲੋਇਮੈਂਟ ਰੇਟ ਜਿਹੜਾ ਹੈ ਉਹ ਵਧਣਾ ਚਾਹੀਦਾ, ਉਹ ਘੱਟ ਕਿਉਂ ਰਿਹਾ? ਸਰ, ਲੇਬਰ ਪਾਰਟਿਸਪੇਸ਼ਨ ਹੈ। ਕਈ ਵਾਰੀ ਜਿਹੜੇ ਲੋਕ ਜੌਬ ਲੱਭਦੇ ਹੀ ਨਹੀਂ, ਕਈ ਬਹੁਤ ਸਾਰੇ ਲੋਕ ਜਿਹੜਾ ਉਹ ਤੁਸੀਂ ਕਹਿ ਲਓ ਇਕੋਨਮੀ ਫਾਸਟ ਗਰੋ ਕਰ ਰਹੀ ਹੁੰਦੀ ਹੈ, ਕਈ ਸੈਲਫ ਇੰਪਲੋਇਡ ਹੋ ਜਾਂਦੇ ਆ, ਕਾਂਟਰੈਕਟ ਵਰਕਰ ਮਤਲਬ ਕਾਂਟਰੈਕਟਰ ਬਣ ਜਾਂਦੇ ਆ, ਉਹ ਜੌਬ ਹੀ ਨਹੀਂ ਲੱਭ ਰਹੇ ਹੈਗੇ, ਅਤੇ ਉਹ ਲੇਬਰ 'ਚ ਉਹਨਾਂ ਦੀ ਪਾਰਟਿਸਪੇਸ਼ਨ ਘੱਟ ਜਾਂਦੀ ਹੈ। ਜਦੋਂ ਕੋਈ ਇਕੋਨਮੀ ਜਿਸ ਤਰ੍ਹਾਂ ਹੁਣ ਮਾੜੀ ਚੱਲ ਰਹੀ, ਹੁਣ ਤੁਸੀਂ ਲੇਬਰ ਪਾਰਟਿਸਪੇਸ਼ਨ ਦੇਖੋਗੇ ਹਾਈ ਹੋ ਜਾਏਗਾ, ਕਿਉਂਕਿ ਜਦੋਂ ਤੁਹਾਨੂੰ ਆਪਣਾ ਕੰਮ, ਜਿਵੇਂ ਤੁਸੀਂ ਕਾਂਟਰੈਕਟਰ ਬਣੇ ਹੋਏ ਸੀ, ਤੁਹਾਨੂੰ ਕਾਮਯਾਬੀ ਨਹੀਂ ਮਿਲ ਰਹੀ, ਨੈਚੁਰਲੀ ਦੈਨ ਯੂ ਵਿਲ ਲੁੱਕ ਫॉर ਅ ਜੌਬ। ਵੈਨ ਯੂ ਲੁੱਕ ਫॉर ਅ ਜੌਬ ਤਾਂ ਤੁਹਾਡਾ ਲੇਬਰ ਪਾਰਟਿਸਪੇਸ਼ਨ ਵੱਧ ਗਿਆ, ਇਸ ਕਰਕੇ ਜਿਹੜਾ ਅਨਐਮਪਲੋਇਮੈਂਟ ਰੇਟ ਜਿਹੜਾ ਉਹ ਵੱਧ ਜਾਂਦਾ ਹੈ ਜੀ। ਅਤੇ ਇੱਕ ਕੁਐਸਚਨ ਆ ਰਿਹਾ ਜਿਹੜਾ ਹੁਣ ਕਾਮਨ ਕੰਸਰਨ ਹੈ ਕਿ ਅੱਗੇ ਹੁਣ ਇੰਟਰਸਟ ਦਾ ਕੀ ਬਣ ਰਿਹਾ? ਇੰਟਰਸਟ ਸਰ, ਜੇ ਇਸ ਤਰ੍ਹਾਂ ਹੀ ਡਾਟਾ ਆਉਂਦਾ ਰਿਹਾ, ਹੋ ਸਕਦਾ ਸਰ ਅਗਲੀ ਵਾਰੀ ਫਿਰ ਵੱਧ ਜਾਏ, ਪਰ ਇਹਦੇ ਬਾਰੇ ਹਾਲੇ ਕੁਝ ਨਹੀਂ ਕਹਿ ਸਕਦੇ, ਕਿਉਂਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਕੋਈ ਇਹੋ ਜਿਹੀ ਸਟੇਟਮੈਂਟ ਨਹੀਂ ਦਿੱਤੀ ਵੀ ਆਉਣ ਵਾਲੇ ਟਾਈਮ ਦੇ ਅੰਦਰ ਵਟ ਵਿਲ ਬੀ ਹਿਜ਼ ਫਿਊਚਰ ਕੋਰਸ ਆਫ ਐਕਸ਼ਨ। ਕੀ ਇਹ ਲਾਸਟ ਰੇਸ ਸੀਗਾ, ਕੀ ਇਹ ਪੌਜ਼ ਸੀਗਾ, ਕਿ ਅਗਲੀ ਵਾਰੀ ਵਧਾਉਣਗੇ ਜਾਂ ਨਹੀਂ ਵਧਾਉਣਗੇ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੇयर ਇਜ਼ ਲੋਟ ਆਫ ਅਨਸਰਟਨਟੀ। ਸੋ ਆਈ ਥਿੰਕ ਦੀ ਮਾਰਕੀਟ ਵਿਲ ਬੀ ਡਰਿਵਨ ਫਰਮ ਅਮਰੀਕਨ ਫੈਡਰਲ ਰਿਜ਼ਰਵ। ਇਹ 14 ਤਰੀਕ ਨੂੰ ਜਦੋਂ ਅਮਰੀਕਾ ਕੀ ਡਿਸੀਜ਼ਨ ਲੈਂਦਾ ਆ, ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖੋਗੇ ਫਿਰ ਅੱਗੇ ਜਿਹੜੇ ਮੋਸਟਲੀ ਵੈਸਟਰਨ ਕੰਟਰੀਜ਼ ਦੇ ਬੈਂਕਸ ਨੇ ਉਹ ਡਿਸੀਜ਼ਨ ਲੈਣਗੇ। ਸੁਰਿੰਦਰਪਾਲ ਜੀ, ਨੰਬਰ ਆ ਗਏ ਨੇ ਜਿਹੜੇ ਨਵੇਂ ਜੌਬ ਨੰਬਰਸ, ਕੀ ਕਹਿ ਰਹੇ ਨੇ? ਇਹ ਕਹਿ ਰਹੇ ਸਰ, ਵੀ ਲਾਸਟ 17,000 ਜੌਬਸ, ਟੋਟਲੀ ਮਿਸਮੈਚ। ਦੀ ਜਿਹੜਾ ਓਵਰਆਲ ਕੰਸੈਂਸਸ ਸੀਗਾ, ਦੇ ਵਰ ਐਕਸਪੈਕਟਿੰਗ 20,000 ਜੌਬਸ ਗੇਨ ਹੋਣਗੀਆਂ, ਲਾਸ ਹੋਈਆਂ 17,000 ਜੌਬਸ। ਸੋ ਦਿਸ ਇਜ਼ ਅ ਗੁੱਡ ਨਿਊਜ਼ ਫॉर ਦ ਰੇਟ ਡਿਸੀਜ਼ਨ। ਇਹਦਾ ਮਤਲਬ ਰੇਟ ਜਿਹੜਾ ਹੈ ਜੀ, ਹੁਣ ਬੈਂਕ ਆਫ ਕੈਨੇਡਾ ਮੇ ਨਾਟ ਰੇਜ਼ ਇੰਟਰਸਟ ਰੇਟ, ਕਿਉਂਕਿ ਇਹ ਜੀ ਓਨਲੀ ਬੇਸਡ ਔਨ ਦਿਸ ਡਾਟਾ। ਸੋ ਦਿਸ ਡਾਟਾ ਟੈਲਸ ਯੂ ਦੈਟ ਕਿ ਇਹ ਥੋੜ੍ਹਾ ਜਿਹਾ ਬ੍ਰੇਕਾਂ ਲੱਗ ਰਹੀਆਂ। ਹਾਂ, ਬ੍ਰੇਕਾਂ ਚੰਗੀਆਂ ਲੱਗਣਗੀਆਂ ਸਰ। ਚੰਗੀ ਗੱਲ ਹੈ, ਬ੍ਰੇਕ ਲੱਗਣੀ ਵੀ ਚਾਹੀਦੀ ਆ। ਹਰ ਆਦਮੀ ਜਿਹੜਾ ਹੈ ਇਸ ਟਾਈਮ ਪਰੇਸ਼ਾਨ ਹੈ, ਖਾਸ ਤੌਰ 'ਤੇ ਜਿਨ੍ਹਾਂ ਨੇ ਵੇਰੀਏਬਲ ਰੇਟ ਆਫ ਇੰਟਰਸਟ 'ਤੇ ਆਪਣੀ ਮੌਰਗੇਜ ਲਈ ਹੋਈ ਆ। ਸੋ ਦਿਸ ਇਜ਼ ਜਿਸ ਤਰ੍ਹਾਂ ਮੈਂ ਕਹਿੰਦਾ ਸਰ, ਵਟ ਐਵਰ ਇਜ਼ ਅ ਬੈਡ ਨਿਊਜ਼, ਬੇਸਿਕਲੀ ਤਾਂ ਬੈਡ ਨਿਊਜ਼ ਹੈ ਕਿ ਮੇਨ ਸਟਰੀਟ ਦੇ ਅੰਦਰ 17,000 ਜੌਬਸ ਲੂਜ਼ ਹੋਈਆਂ, ਬਟ ਇਟ ਕੁਡ ਬੀ ਅ ਗੁੱਡ ਨਿਊਜ਼ ਫॉर ਦ ਸਟਾਕ ਮਾਰਕੀਟ, ਕਿ ਸਟਾਕ ਮਾਰਕੀਟ ਦੇਖਦੀ ਹੈ ਵੀ ਇਹਦਾ ਮਤਲਬ ਹੁਣ ਬੈਂਕ ਆਫ ਕੈਨੇਡਾ
may not raise interest rate. So that means it's a, stocks ਲਈ ਅੱਛੀ ਗੱਲ ਹੈ। ਪਰ ਇੱਕ ਗੱਲ ਨਹੀਂ ਸਮਝ ਆਈ ਅਜੇ ਵੀ, ਇੱਕ ਪਾਸੇ ਇਕੋਨਮੀ ਦੇ ਜਿਹੜੇ GDP ਦੇ ਨੰਬਰਸ ਨੇ ਉਹ ਉੱਤੇ ਜਾ ਰਹੀ ਹੈ, ਦੂਜੇ ਪਾਸੇ ਹੁਣ ਨੰਬਰ ਆ ਗਏ ਨੇ ਜੌਬਸ ਲੂਜ਼ ਕੀਤੀਆਂ ਨੇ, ਇਹ ਕਿਵੇਂ ਜੁੜਦੀਆਂ ਗੱਲਾਂ ਨੇ ਆਪਸ ਸਰ ਉਹ ਫਸਟ ਕੁਆਟਰ ਦੀ GDP ਨੰਬਰ ਸੀ, ਇਹ ਮਈ ਦੇ ਨੰਬਰਸ ਹੈ ਸੀ। ਇਹ ਤੁਸੀਂ ਦੇਖੋਗੇ ਹੁਣ ਇਟਸ ਐਕਸਪੈਕਟਡ ਹੈ ਕਿ ਸੈਕੰਡ ਕੁਆਟਰ ਦੇ ਅੰਦਰ ਜਿਹੜੀ ਇਕਾਨਮੀ GDP ਹੈ ਮੇਬੀ ਇਹ ਸਟੈਂਡ ਸਟਿਲ ਜਾਂ ਕੋਈ ਹਾਰਡਲੀ 0.9% ਗਰੋ ਕਰੂਗੀ, ਜੋ ਬੈਂਕ ਆਫ ਕੈਨੇਡਾ ਐਕਸਪੈਕਟ ਕਰ ਰਿਹਾ, ਉਹਦੀ ਗੱਲ ਕਰ ਰਿਹਾ ਮੇਰੀ ਨਹੀਂ। ਅਤੇ ਇਹ ਚੂੰਕਿ ਹੁਣ ਇਹ ਹੋ ਹੀ ਜਾਣਾ ਇਸ ਤਰ੍ਹਾਂ, ਜਦੋਂ ਤੁਸੀਂ ਕਹਿ ਰਹੇ ਵੀ ਮਈ ਦੇ ਅੰਦਰ ਜੌਬਸ ਲੂਜ਼ ਹੋਈਆਂ, ਇਹਦਾ ਮਤਲਬ GDP ਇਜ਼ ਨਾਟ ਡੂਇੰਗ ਗੁੱਡ। ਸੋ ਆਪਾਂ ਬੇਸਿਕਲੀ ਜੇ ਨੰਬਰਸ ਨੂੰ ਦੇਖੀਏ ਤਾਂ 2-3 ਮਹੀਨੇ ਪਿੱਛੇ ਚੱਲ ਰਹੇ ਹਾਂ ਰਿਐਲਿਟੀ ਤੋਂ। ਜੀ ਬਿਲਕੁਲ। ਨੰਬਰ ਦੇਖੋ ਸਰ, ਫਸਟ ਕੁਆਟਰ ਦਾ ਜਿਹੜਾ ਆંકੜੇ ਆਏ ਆ ਉਹ ਆਏ, ਹੁਣ ਸੈਕੰਡ ਕੁਆਟਰ ਦੇ ਆંકੜੇ ਤੁਹਾਨੂੰ ਅਗਸਤ ਸੈਪਟੰਬਰ ਜਾ ਕੇ ਮਿਲਣਗੇ। ਤਾਂ ਤੱਕ ਤੇ ਜਿਹੜਾ ਕਹਿੰਦੇ ਨਾ ਗਾਹ ਪੈਣਾ ਸੀ ਉਹ ਪੈ ਚੁੱਕਿਆ ਹੁੰਦਾ, ਜੋ ਹੋਣਾ ਸੀ ਹੋ ਚੁੱਕਿਆ ਹੁੰਦਾ, ਫਿਰ ਅੱਗੇ ਬੰਦਾ ਫਿਊਚਰ ਦੇਖ ਕੇ ਚੱਲਦਾ। ਸੋ ਹੁਣ ਜਿਹੜੇ ਇਹ ਨੰਬਰਸ ਨੇ ਇਹ ਇੰਪੋਰਟੈਂਟ ਨੇ ਅਗਲੀ ਡਾਇਰੈਕਸ਼ਨ ਦੱਸਣ ਵਾਸਤੇ। ਜੀ ਬਿਲਕੁਲ ਇਹ ਅੱਛੇ ਨੰਬਰਸ ਹੈ। ਆਈ ਫੀਲ ਦਿਸ ਇਜ਼ ਅ ਗੁੱਡ ਥਿੰਗ। ਇਹ ਸੁੱਖ ਦੀ ਸਾਹ ਲੈਣੀ ਚਾਹੀਦੀ ਲੋਕਾਂ ਨੂੰ ਵੀ 17,000 ਜੌਬਸ ਲੂਜ਼ ਹੋਈਆਂ, ਤੇ ਇਹਦਾ ਮਤਲਬ ਇਹ ਹੈ ਕਿ ਹੈ ਤੇ ਬੜੀ ਕੰਟਰਡਿਕਸ਼ਨ ਵੀ ਨੌਕਰੀਆਂ 17,000 ਲੋਕਾਂ ਨੇ ਨੌਕਰੀ ਗਵਾਈ ਹੈ ਜੀ, ਪਰ ਹੁਣ ਉਹਨਾਂ ਲਈ ਇੰਡੀਵਿਜੂਅਲੀ ਇਹ ਮਤਲਬ ਬੁਰੀ ਖਬਰ ਹੈ ਜੀ, ਜਿਨ੍ਹਾਂ ਦੀ ਗਈਆਂ ਹਾਂ, ਪਰ ਕਲੈਕਟਿਵਲੀ ਇਕੋਨਮੀ ਦੀ ਹੈਲਥ ਵਾਸਤੇ ਇਸ ਵੇਲੇ ਜੋ ਸਭ ਦੇ ਮਤਲਬ ਇੰਟਰਸਟ ਬੈਸਟ ਇੰਟਰਸਟ ਲਈ ਠੀਕ ਹੈ, ਉਹਨਾਂ ਦੇ ਮੁਤਾਬਕ ਇਹ ਚੰਗਾ ਸੰਕੇਤ ਹੈ ਕਿ ਥੋੜੀ ਜਿਹੀ ਗੱਡੀ ਸਲੋ ਹੋ ਰਹੀ ਹੈ ਜੀ, ਤੇ ਇਹਦੇ ਨਾਲ ਹੋ ਸਕਦਾ ਕਿ ਬੈਂਕ ਆਫ ਕੈਨੇਡਾ ਹੋਰ ਅਗਲਾ ਟੀਕਾ ਨਾ ਲਾਏ। ਨਹੀਂ ਲਾਏ ਜੀ, ਬਿਲਕੁਲ ਸਰ, ਬਿਲਕੁਲ ਹੋ ਸਕਦਾ। ਤੇ ਹੋਰ ਕੋਈ ਆਖਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ? ਬਸ ਮੈਂ ਇਹੀ ਕਹਿਣਾ ਚਾਹਾਂਗਾ ਸਰ ਕਿ ਦੇਖੋ ਜਿਸ ਤਰ੍ਹਾਂ ਹੁਣ ਪ੍ਰਾਈਮ ਜਿਹੜਾ ਹੈ ਉਹ 6.95%, ਆਲਮੋਸਟ 7% ਤੁਸੀਂ ਕਹਿ ਲਓ ਹੈਗਾ ਆ। ਤੁਸੀਂ ਇੱਕ ਸਵਾਲ ਵੀ ਹੈ ਸੁਜੈਸਟ ਕਰਦੇ ਹੋ ਵੀ ਲੋਕਾਂ ਨੂੰ ਆਪਣੀ ਮੌਰਗੇਜ ਜੇ ਕੋਈ ਫਿਕਸਡ ਕਰਨਾ ਚਾਹੁੰਦਾ, ਫਿਕਸਡ ਰੇਟ 4 ਸਾਲ 3 ਸਾਲ ਲਈ 5 ਸਾਲ ਲਈ, ਉਹ ਗੁੱਡ ਐਡਵਾਈਸ ਹੋ ਸਕਦੀ ਹੈ ਅਗਲੇ 4 ਸਾਲਾਂ ਨੂੰ ਮੁੱਖ ਰੱਖਦੇ ਹੋਏ? ਐਟ ਦਿਸ ਮੂਮੈਂਟ ਸਰ ਡਿਪੈਂਡ ਕਰਦਾ, ਡੋਂਟ ਮੇਕ ਇਟ ਫਿਕਸ ਮੋਰ ਦੈਨ 2 years। ਜੇ ਮੈਂ ਹੋਵਾਂ ਆਪਣੀ ਮੌਰਗੇਜ ਫਿਕਸ ਕਰਨੀ ਹੋਏ, ਡਿਪੈਂਡ ਕਰਦਾ ਮੈਨੂੰ ਕੀ ਰੇਟ ਮਿਲਦਾ ਆ। ਐਨੀਥਿੰਗ ਲੈਸ ਦੈਨ 4.5% ਆਈ ਸ਼ੁੱਡ ਲੌਕ ਦ ਰੇਟ। 2 ਸਾਲ ਦਾ ਮਿਲੇ, 3 ਸਾਲ ਦਾ ਮਿਲੇ, 4 ਸਾਲ ਦਾ ਮਿਲੇ। ਜੇ 2 ਸਾਲ ਦਾ ਮਿਲੇ ਦੈਨ ਆਈ ਸ਼ੁੱਡ ਲੌਕ ਇਨ ਦੈਟ ਰੇਟ। ਪਰ ਗੋਇੰਗ ਫੋਰਵਰਡ ਜਿਹੜੀ ਹੈ, ਕਿਉਂਕਿ ਜਿਸ ਤਰ੍ਹਾਂ ਦੇਖੋ ਅੱਜ ਜੌਬਸ ਲੂਜ਼ ਹੋਈਆਂ, ਅਤੇ ਨੈਚੁਰਲੀ ਗੱਲ ਹੈ ਸਰ ਫਿਰ ਦੇ ਵਿਲ ਬੀ ਵੈਰੀ ਡਿਫੈਂਸਿਵ। ਜੋ ਡਿਫੈਂਸਿਵ ਹੋਣਗੇ ਅਤੇ ਜਿਹੜੇ ਲੌਂਗ ਟਰਮ ਇੰਟਰਸਟ ਰੇਟ ਨੇ ਉਹ ਥੱਲੇ ਆਉਣਗੇ। ਜੇ ਲੌਂਗ ਟਰਮ ਇੰਟਰਸਟ ਰੇਟ ਥੱਲੇ ਆਉਣਗੇ ਅਤੇ ਫਿਰ ਲੌਂਗ ਟਰਮ ਦੇ ਅੰਦਰ ਜਿਹੜੇ ਮੌਰਗੇਜ ਰੇਟਸ ਨੇ ਉਹ ਵੀ ਥੱਲੇ ਜਾਣਗੇ। ਕਿੰਨੀ ਛੇਤੀ ਥੱਲੇ ਜਾਣਗੇ ਇਹਦੇ ਬਾਰੇ ਕਿਸੇ ਕੋਲ ਕੋਈ ਵੀ ਉਹ ਕ੍ਰਿਸਟਲ ਬਾਲ ਫਿਗਰ ਨਹੀਂ ਹੈ, ਨੰਬਰ ਨਹੀਂ ਹੈ, ਟਾਈਮ ਫਰੇਮ ਨਹੀਂ ਹੈ। ਮੈਂ ਤੁਹਾਨੂੰ ਕਹਿੰਦਾ ਜੀ 2 ਮਹੀਨੇ ਬਾਅਦ ਤੁਸੀਂ ਲੌਕ ਕਰ ਲੈਣਾ, 3 ਮਹੀਨੇ ਬਾਅਦ। ਇਟ ਡਿਪੈਂਡਸ ਔਨ ਦ ਡਾਟਾ। ਲੇਕਿਨ ਐਟ ਦ ਪ੍ਰੈਜ਼ੈਂਟ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ 4.5% ਤੇ 4.25 ਤੱਕ ਵੀ ਜੇ ਤੁਹਾਨੂੰ ਕਿਤੇ ਵੀ ਫਿਕਸ ਮਿਲਦੀ ਹੈ, ਚਾਹੇ 2 ਸਾਲ ਦੀ, 3 ਸਾਲ ਦੀ, 4 ਸਾਲ ਦੀ, ਯੂ ਸ਼ੁੱਡ ਫਿਕਸ ਇਟ, ਅਦਰਵਾਈਜ਼ ਸਟੇ ਡਿਫੈਂਸਿਵ। ਔਰ ਬਾਕੀ ਅਗਲੇ ਡਾਟਾ ਤੇ ਦੇਖਿਆ ਤੁਸੀਂ। ਬਹੁਤ ਸ਼ੁਕਰੀਆ ਜੀ। ਕੋਈ ਨੰਬਰ ਜੇ ਤੁਸੀਂ ਸ਼ੇਅਰ ਕਰ ਸਕੋ ਫਰਦਰ ਕੋਈ ਕੁਐਸਚਨ ਵਾਸਤੇ? ਹਾਂਜੀ ਸ਼ਮੀਲ ਜੀ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਬਈ ਜਿਹਦੇ ਅੰਦਰ ਲੋਕ ਜਿਹੜੇ ਨੇ ਉਹ ਆਪਣੀ ਪਲੈਨਿੰਗ ਤਾਂ ਕਰਦੇ ਆ ਜਦੋਂ ਫਸ ਚੁੱਕੇ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਪੁੱਛਿਆ ਵੀ ਫਿਕਸਡ, ਜੇ ਕਿਸੇ ਨੇ ਆਲਰੇਡੀ ਮੌਰਗੇਜ ਲੈ ਲਈ ਆ, ਘਰ ਲੈ ਲਿਆ, ਦੈਨ ਵਟ ਹੀ ਔਰ ਸ਼ੀ ਕੈਨ ਡੂ ਓਨਲੀ ਸੇ ਆਲਵੇਜ਼ ਪਲਾਨ ਅਹੈਡ। ਕਿ ਇੰਗਲਿਸ਼ ਕਹਾਵਤ ਹੈ, ਪਲਾਨਸ ਡੋਂਟ ਫੇਲ ਬਟ ਵੀ ਫੇਲ ਟੂ ਮੇਕ ਏ ਪਲਾਨ। ਅੱਗ ਲੱਗਣ 'ਤੇ ਖੂਹ ਖੋਦਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਤੁਸੀਂ ਹਮੇਸ਼ਾ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਕਰਾਓ ਕਿਸੇ ਵੀ ਫਾਈਨੈਂਸ਼ੀਅਲ ਪਲਾਨਰ ਤੋਂ, ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ, ਔਰ ਉਹਨੂੰ ਸਾਲ 'ਚ ਇੱਕ ਵਾਰੀ ਰਿਵਿਊ ਜ਼ਰੂਰ ਕਰੋ। ਤੁਸੀਂ ਆਪ ਨਹੀਂ, ਕਿਸੇ ਵੀ ਥਰਡ ਪਰਸਨ ਨਾਲ ਬੈਠ ਕੇ ਉਹਨੂੰ ਰਿਵਿਊ ਕਰੋ ਕਿ ਤੁਸੀਂ ਦੇਖੋ ਜੋ ਤੁਸੀਂ ਸੋਚਿਆ ਸੀ ਕਿ ਉਸ ਤਰ੍ਹਾਂ ਤੁਹਾਡਾ ਪਲਾਨ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਕਿਉਂਕਿ ਸਾਡੇ ਲੋਕ ਕਈ ਵਾਰੀ ਰਿਟਾਇਰਮੈਂਟ ਪਲਾਨਿੰਗ ਬਾਰੇ ਨਹੀਂ ਸੋਚਦੇ, ਟੈਕਸ ਪਲਾਨਿੰਗ ਬਾਰੇ ਨਹੀਂ ਸੋਚਦੇ, ਕੰਮ ਕਰੀ ਜਾ ਰਹੇ ਆ। ਕੰਮ ਕਰਨ ਨੂੰ ਸਾਡੇ ਲੋਕ ਬਹੁਤ ਮਿਹਨਤੀ ਹੈਗੇ ਆ, ਕੰਮ ਉਹ 24 ਚੋਂ 18 ਘੰਟੇ ਵੀ ਕੰਮ ਕਰਦੇ ਆ। ਲੇਕਿਨ ਵੈਨ ਇਟ ਕਮਸ ਟੂ ਟੈਕਸੇਸ਼ਨ ਉਹਦੇ ਬਾਰੇ ਕੋਈ ਪਲਾਨਿੰਗ ਨਹੀਂ ਕਰਦੇ। ਵੈਨ ਇਟ ਕਮਸ ਟੂ ਸੇਵਿੰਗ ਉਹਦੇ ਬਾਰੇ ਕੋਈ ਪਲਾਨਿੰਗ ਨਹੀਂ ਕਰਦੇ। ਅਤੇ ਇਹ ਚੀਜ਼ ਜੇ ਤੁਸੀਂ ਪਲਾਨ ਕਰਕੇ ਚੱਲੋਗੇ, ਟੈਕਸ ਇਫੈਕਟਿਵ ਪਲਾਨ ਬਣਾਓਗੇ, ਫਿਰ ਤੁਸੀਂ ਜਿਹੜਾ ਹੈ ਇਸ ਕੰਟਰੀ ਨਾਲ ਤਰੱਕੀ ਕਰ ਸਕਦੇ ਹੋ। ਕਿਉਂਕਿ ਇਸ ਕੰਟਰੀ 'ਚ ਇਹ ਨਹੀਂ ਹੈਗਾ ਕਿ ਤੁਸੀਂ ਟੈਕਸ ਇਵੇਜਨ ਨਹੀਂ ਕਰ ਸਕਦੇ, ਔਰ ਟੈਕਸ ਤੁਸੀਂ ਜਿਹੜਾ ਹੈ ਉਹ ਦੇਣਾ ਹੀ ਦੇਣਾ ਹੈ। ਲੇਕਿਨ ਉਹਨੂੰ ਪਲਾਨ ਕਰਕੇ ਤੁਸੀਂ ਟੈਕਸ ਸੇਵ ਜ਼ਰੂਰ ਕਰ ਸਕਦੇ ਹੋ, ਔਰ ਫਿਊਚਰ 'ਚ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਬਿਹਤਰ ਬਣਾ ਸਕਦੇ ਹੋ। ਬਜਾਏ ਕਿ ਤੁਸੀਂ ਅੱਜ ਇੱਕਦਮ ਕਹੋ ਜ਼ਿੰਦਗੀ ਬਿਹਤਰ ਬਣ ਜਾਓ, ਨਹੀਂ ਬਣਨੀ। ਅਤੇ ਫਿਊਚਰ 'ਚ ਪਲਾਨ ਕਰਨਾ ਹੈ। ਆਲਵੇਜ਼ ਗਿਵ ਅ ਕਾਲ ਟੂ ਐਨੀ ਫਾਈਨੈਂਸ਼ੀਅਲ ਐਡਵਾਈਜ਼ਰ। ਜੇ ਕੋਈ ਤੁਸੀਂ ਇੰਡੀਪੈਂਡੈਂਟ ਫਾਈਨੈਂਸ਼ੀਅਲ ਐਡਵਾਈਸ ਲੈਣੀ ਆ ਔਰ ਤੁਸੀਂ ਕਿਤੇ ਫਸੇ ਹੋਏ ਆ,
ਬਹੁਤ ਸਾਰੇ ਲੋਕੀ ਸ਼ਮੀਲ ਜੀ ਇਸ ਤਰ੍ਹਾਂ ਵੀ ਫਸੇ ਹੋਏ, ਕਈ ਲੋਕਾਂ ਨੂੰ ਇੰਸ਼ੋਰੈਂਸ ਹੀ ਐਜ਼ ਏ ਇਨਵੈਸਟਮੈਂਟ ਪਲਾਨ ਵੇਚੀ ਹੋਈ ਬੜੇ ਸਾਰੇ ਲੋਕਾਂ ਨੇ, ਔਰ ਬੜੇ ਸਾਰੇ ਕਈ ਲੋਕਾਂ ਨੇ ਜਿਹੜੇ ਨੇ ਐਕਸੈਸਿਵ ਅਮਾਊਂਟ ਜਿਹੜੇ ਨੇ ਉਹ ਲੌਕ ਕੀਤੇ ਹੋਏ ਨੇ, ਕਿਤੇ ਕਹਿ ਲਓ ਕੋਈ ਇਹੋ ਜਿਹੇ ਪਲਾਨ ਲਏ ਹੋਏ ਨੇ ਜਿਹਦੇ ਅੰਦਰ ਕਿ ਕੋਈ ਨਾ ਉਹ ਟੈਕਸ ਇਫੈਕਟਿਵ ਨੇ, ਨਾ ਉਹਦੇ ਅੰਦਰ ਕੋਈ 2% ਵੀ ਇੰਟਰਸਟ ਨਹੀਂ ਮਿਲਦਾ, ਬਟ ਲੁਕਰੇਟਿਵ ਦੇਖਣ ਨੂੰ ਲੱਗਦੇ ਨੇ। ਇਸ ਤਰ੍ਹਾਂ ਜੇ ਤੁਹਾਡੇ ਕੋਲ ਹੈਗਾ, ਤੁਸੀਂ ਕੋਈ ਇੰਡੀਪੈਂਡੈਂਟ ਓਪੀਨੀਅਨ ਲੈਣਾ ਚਾਹੁੰਦੇ ਆ ਤੇ ਯੂ ਕੈਨ ਗਿਵ ਮੀ ਅ ਕਾਲ। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, 416-573-4798, ਪੰਜਾਬੀ 'ਚ 416-573-4798। ਬਹੁਤ ਸ਼ੁਕਰੀਆ ਜੀ, Thank you ਜੀ। ਥੈਂਕ ਯੂ।